पोएम प्रेयर ऑफ द वुड, इसका मीनिंग है जंगल दी प्रार्थना। चलो हुण असी पोएम पढ़ते हाँ। आई एम द हीट ऑफ योर हर्थ ऑन द कोल्ड विंटर नाइट्स। हर्थ हुंदा है अंगीठी। सर्दी दियां रातां नूं असी अंगीठी विच जिहड़ा बालन बालदे हाँ उस तो सानू गर्मी मिलती है, ते जंगल कहता है कि मैं वो थानू गर्मी दिंदा हाँ। द फ्रेंडली शेड स्क्रीनिंग यू फ्रॉम द समर सन। फ्रेंडली मित्रतापूर्ण, शेड छां, स्क्रीनिंग का मतलब है छन के आना। समर सन गर्मी की रुत विच। जंगलों दे विच गर्मी की रुत दे विच जो सूरज दियां किरनां हन ਉਹ ਜਦੋਂ पेड़ तो छन के आंदियां हन ਤਾਂ ਉਹ ਛਾਂ ਦਾ रूप ਲੈ ਲੈਂਦੀਆਂ ਹਨ। ਤਾਂ ਜੰਗਲ ਕਹਿੰਦਾ ਹੈ ਕਿ ਉਹ मैं ਤੁਹਾਨੂੰ गर्मी ਦੀ रुत ਦੇ ਵਿੱਚ ਛਾਂ ਪ੍ਰਦਾਨ ਕਰਦਾ ਹਾਂ। And my fruits are refreshing droughts, quenching your thirst as you journey on. My fruits, ਮੇਰੇ ਜਿਹੜੇ ਫਲ ਹਨ, are refreshing, ਉਹ ਤਰੋ ਤਾਜ਼ਾ ਕਰ ਦਿੰਦੇ ਹਨ। droughts, ਜਦੋਂ ਅਸੀਂ ਉਹਨਾਂ ਦੇ ਘੁੱਟ ਭਰਦੇ ਹਾਂ। quenching ਦਾ ਮਤਲਬ ਹੁੰਦਾ ਹੈ ਬੁਝਾਉਣਾ। your thirst, ਤੁਹਾਡੀ ਪਿਆਸ ਬੁਝਾਉਂਦੇ ਹਨ। as you journey on, ਜਿਵੇਂ ਤੁਸੀਂ ਇੱਕ ਜੰਗਲ ਦੇ ਵਿੱਚੋਂ ਗੁਜ਼ਰਦੇ ਹੋ ਜਾਂ ਯਾਤਰਾ ਕਰਦੇ ਹੋ। ਇਸ ਵਿੱਚ ਜੰਗਲ ਕਹਿਣਾ ਚਾਹੁੰਦਾ ਹੈ ਕਿ ਜਦੋਂ ਇੱਕ ਯਾਤਰੀ ਜੰਗਲ ਦੇ ਵਿੱਚ ਯਾਤਰਾ ਕਰਦਾ ਹੈ ਤਾਂ ਉਹ ਦਰਖਤ 'ਤੇ ਲੱਗੇ ਫਲਾਂ ਨੂੰ ਤੋੜ ਕੇ ਜਦੋਂ ਉਸ ਨੂੰ ਖਾਂਦਾ ਹੈ ਤਾਂ ਉਹਨਾਂ ਦੇ ਘੁੱਟ ਉਸ ਦੀ ਪਿਆਸ ਨੂੰ ਬੁਝਾ ਦਿੰਦੇ ਹਨ। I am the beam that holds your house. ਮੈਂ ਉਹ ਬਾਲਾ ਹਾਂ ਜਿਸ ਨੇ ਤੁਹਾਡੇ ਮਕਾਨ ਨੂੰ ਸਹਾਰਾ ਦਿੱਤਾ ਹੋਇਆ ਹੈ। The board of your table, ਤੁਹਾਡੀ ਜਿਹੜੀ ਮੇਜ਼ ਹੈ ਉਸ ਦਾ ਫੱਟਾ ਵੀ ਮੇਰੇ ਦੁਆਰਾ ਬਣਿਆ ਗਿਆ ਹੈ। ਇੱਥੇ ਜੰਗਲ ਕਹਿੰਦਾ ਹੈ ਕਿ ਮੇਰੀ ਲੱਕੜੀ ਤੋਂ ਹੀ ਤੁਹਾਡੇ ਘਰ ਦਾ ਜਿਹੜੇ ਬੀਮ ਹੈ, ਬਾਲੇ ਹੈ, ਉਹ ਬਣੇ ਹਨ ਤੇ ਲੱਕੜੀ ਤੋਂ ਹੀ ਮੇਜ਼ ਦਾ ਫੱਟਾ ਬਣਿਆ ਹੋਇਆ ਹੈ। The bed on which you lie, ਜਿਹੜਾ ਬੈੱਡ ਬਿਸਤਰ ਹੈ ਜਿਸ ਦੇ ਉੱਤੇ ਤੁਸੀਂ ਸੌਂਦੇ ਹੋ ਜਾਂ ਆਰਾਮ ਕਰਦੇ ਹੋ, ਉਹ ਵੀ ਲੱਕੜੀ ਤੋਂ ਹੀ ਬਣਿਆ ਹੋਇਆ ਹੈ। And the timber that built your boat, ਤੇ ਉਹ ਲੱਕੜੀ ਜਿਸ ਨਾਲ ਤੁਹਾਡੀ ਜਿਹੜੀ ਬੋਟ ਹੈ, ਤੁਹਾਡੀ ਕਿਸ਼ਤੀ ਹੈ, ਉਹ ਬਣੀ ਹੈ, ਉਹ ਵੀ ਜੰਗਲ ਤੋਂ ਹੀ ਮਿਲੀ ਹੋਈ ਹੈ। ਕਹਿਣ ਦਾ ਭਾਵ ਇਹ ਹੈ ਕਿ ਜੰਗਲ ਦੀ ਲੱਕੜੀ ਦੀ ਵਰਤੋਂ ਘਰ ਦੇ ਬਾਲੇ ਬਣਾਉਣ ਦੇ ਲਈ, ਟੇਬਲ ਦਾ ਫੱਟਾ ਬਣਾਉਣ ਦੇ ਰੂਪ ਵਿੱਚ, ਇੱਕ ਬੈੱਡ ਬਣਾਉਣ ਦੇ ਲਈ ਤੇ ਅਸੀਂ ਇੱਕ ਕਿਸ਼ਤੀ ਬਣਾਉਣ ਦੇ ਲਈ ਕਰਦੇ ਹਾਂ। I am the handle of your hoe. ਅਸੀਂ ਜੋ ਗਾਰਡਨ ਦੇ ਵਿੱਚ ਕੁਦਾਲੀ ਜਾਂ ਫਿਰ ਜਿਹੜੀ ਖੁਰਪੀ ਹੁੰਦੀ ਹੈ ਜਿਸ ਦਾ ਪ੍ਰਯੋਗ ਮਿੱਟੀ ਖੋਦਣ ਲਈ ਕੀਤਾ ਜਾਂਦਾ ਹੈ, ਉਸ ਦਾ ਹੈਂਡਲ ਜੋ ਹੈ ਉਹ ਵੀ ਲੱਕੜੀ ਦਾ ਬਣਿਆ ਹੁੰਦਾ ਹੈ। The door of your homestead, ਤੁਹਾਡੇ ਘਰ ਦਾ ਜਿਹੜਾ ਦਰਵਾਜ਼ਾ ਹੈ ਉਹ ਵੀ ਲੱਕੜੀ ਦਾ ਬਣਿਆ ਹੁੰਦਾ ਹੈ। The wood of your cradle, ਤੁਹਾਡੇ ਬੱਚੇ ਦਾ ਜਿਹੜਾ ਝੂਲਾ ਹੈ ਉਹ ਵੀ ਲੱਕੜੀ ਦਾ ਬਣਿਆ ਹੁੰਦਾ ਹੈ। And the shell of your coffin, ਤੁਹਾਡਾ ਜਿਹੜਾ ਤਾਬੂਤ ਹੈ ਜਿਸ ਦੇ ਵਿੱਚ ਮ੍ਰਿਤਕ ਦੇਹ ਰੱਖੀ ਜਾਂਦੀ ਹੈ, ਉਸ ਦਾ ਖੋਲ ਜੋ ਹੁੰਦਾ ਹੈ ਉਹ ਵੀ ਲੱਕੜੀ ਤੋਂ ਬਣਿਆ ਹੁੰਦਾ ਹੈ। I am the bread of kindness and the flower of beauty. ਇਹਨਾਂ ਲਾਈਨਾਂ ਦੇ ਵਿੱਚ ਜੋ ਜੰਗਲ ਹੈ ਉਹ ਕਹਿੰਦਾ ਹੈ ਕਿ ਮਨੁੱਖ ਨੂੰ ਦਇਆ ਦੀ ਭਾਵਨਾ ਜੋ ਹੈ ਉਹ ਲੱਕੜੀ ਸਿਖਾਉਂਦੀ ਹੈ। ਇਹੀ ਉਸ ਦੀ ਸੁੰਦਰਤਾ ਦਾ ਨਿਚੋੜ ਵੀ ਹੈ। Ye who pass by listen to my prayer, ਜਿਹੜੇ ਪਾਸਰਜ਼ ਹੈ ਜਾਂ ਫਿਰ ਜਿਹੜੇ ਟਰੈਵਲਰਸ ਹੈ ਉਹਨਾਂ ਨੂੰ ਜੰਗਲ ਜੋ ਹੈ ਉਹ ਇੱਕ ਪ੍ਰਾਰਥਨਾ ਕਰਦੇ ਹਨ ਕਿ ਤੁਸੀਂ ਜੋ ਮੇਰੇ ਜੰਗਲ ਤੋਂ ਗੁਜ਼ਰ ਰਹੇ ਹੋ, ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣੋ। harm me not, ਤੁਹਾਨੂੰ ਮੈਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੰਗਲ ਇਹੀ ਪ੍ਰਾਰਥਨਾ ਕਰਦਾ ਹੈ ਕਿ ਮੈਂ ਤੁਹਾਡੇ ਇੰਨਾ ਕੰਮ ਆਉਂਦਾ ਹਾਂ ਕਿ ਮੈਂ ਤੁਹਾਡੇ ਵਾਸਤੇ ਜਨਮ ਤੋਂ ਲੈ ਕੇ ਮੌਤ ਤੱਕ ਜੋ ਵੀ ਸਾਮਾਨ ਹੈ ਉਹ ਮੇਰੀ ਲੱਕੜ ਦਾ ਹੀ ਬਣਿਆ ਹੁੰਦਾ ਹੈ। ਇਸ ਕਰਕੇ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਨੁਕਸਾਨ ਨਾ ਪਹੁੰਚਾਓ।
Let us discuss about the central idea of the poem. The poem underlines the importance of woods in human life. Woods give man heat in the cold winter and shade in hot summer. They give him fruit to make refreshing juice to quench their thirst. The wood is used to make items like the beam, the door, the table, the bed, the boat, etc. The wood accompanies man from birth till death. Thus, the woods give man kind feelings and loveliness. Therefore, they should not be harmed. ਆਓ ਅਸੀਂ ਇਸ ਨੂੰ ਪੰਜਾਬੀ ਵਿੱਚ ਜਾਣਦੇ ਹਾਂ। ਕਵਿਤਾ ਦਾ ਕੇਂਦਰੀ ਭਾਵ ਇਹ ਹੈ, ਇਹ ਕਵਿਤਾ ਦਰਖਤਾਂ ਜਾਂ ਜੰਗਲਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਨੂੰ ਰੇਖਾਂਕਿਤ ਕਰਦੀ ਹੈ। ਦਰਖਤ ਮਨੁੱਖ ਨੂੰ ਠੰਡੀ ਸਰਦੀ ਵਿੱਚ ਗਰਮੀ ਅਤੇ ਤਪਦੀ ਗਰਮੀ ਵਿੱਚ ਛਾਂ ਦਿੰਦੇ ਹਨ। ਇਹ ਉਸ ਨੂੰ ਫਲ ਦਿੰਦੇ ਹਨ, ਜਿਨ੍ਹਾਂ ਤੋਂ ਉਹ ਪਿਆਸ ਬੁਝਾਉਣ ਲਈ ਤਾਜ਼ਗੀ ਦੇਣ ਵਾਲਾ ਰਸ ਬਣਾਉਂਦਾ ਹੈ। ਉਹਨਾਂ ਦੀ ਲੱਕੜ ਸ਼ਤੀਰ, ਦਰਵਾਜ਼ੇ, ਮੇਜ਼, ਬਿਸਤਰ, ਬੇੜੀ ਆਦਿ ਚੀਜ਼ਾਂ ਬਣਾਉਣ ਲਈ ਵਰਤੀ ਜਾਂਦੀ ਹੈ। ਲੱਕੜ ਆਦਮੀ ਦਾ ਉਸਦੇ ਜਨਮ ਤੋਂ ਲੈ ਕੇ ਮੌਤ ਤੱਕ ਸਾਥ ਦਿੰਦੀ ਹੈ। ਇਸ ਤਰ੍ਹਾਂ ਦਰਖਤ ਮਨੁੱਖ ਨੂੰ ਦਇਆ ਦੀਆਂ ਭਾਵਨਾਵਾਂ ਅਤੇ ਸੁੰਦਰਤਾ ਦਿੰਦੇ ਹਨ। ਇਸ ਲਈ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ।